ਲੁਧਿਆਣਾ ਵਿੱਚ ਅੱਜ ਕਾਂਗਰਸ ਦੇ ਐਮਪੀ ਅਤੇ ਕੌਮੀ ਬੁਲਾਰੇ ਮਨੀਸ਼ ਤਿਵਾੜੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਮਜ਼ਬੂਤ ਸਰਕਾਰ ਦੀ ਲੋੜ ਹੈ। ਆਮ ਆਦਮੀ ਪਾਰਟੀ ਨੂੰ ਤਾਂ ਪੰਜਾਬ ਨੂੰ ਸਮਝਣ ਵਿੱਚ ਹੀ 5 ਸਾਲ ਲੱਗ ਜਾਣਗੇ। ਕਾਂਗਰਸ ਦੇ ਲੀਡਰ ਸਿਰਫ ਚੰਨੀ ਸਰਕਾਰ ਦੇ ਕਾਰਜਕਾਲ ਦੀ ਹੀ ਪ੍ਰਚਾਰ ਨਹੀਂ ਕਰ ਰਹੇ। ਮੈਂ ਮੰਨਦਾ ਹਾਂ ਕਿ ਕਾਂਗਰਸ ਦੀ ਸਰਕਾਰ ਪੂਰੇ 5 ਸਾਲ ਰਹੀ ਹੈ। ਜੇਕਰ ਅਸੀਂ ਸਿਰਫ 3 ਮਹੀਨੇ ਦੀ ਗੱਲ ਕਰਾਂਗੇ ਤਾਂ 5 ਸਾਲਾਂ ਦੇ ਕੰਮਾਂ ਦੀ ਨਜ਼ਰਅੰਦਾਜ਼ੀ ਹੋਵੇਗੀ। ਹਿੰਦੂ ਸਿੱਖ ਮਾਮਲੇ ਤੇ ਕਿਹਾ ਕਿ ਜੋ ਹਿੰਦੂ ਸਿੱਖ ਦੀ ਗੱਲ ਕਰਦੇ ਨੇ ਉਹ ISI ਦੇ ਹੱਥਾਂ ਵਿੱਚ ਖੇਡ ਰਹੇ ਨੇ। ਮਨੀਸ਼ ਤਿਵਾੜੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਹਨਾਂ ਦੀਆਂ ਨਜ਼ਦੀਕੀਆਂ ਹਨ ਅਤੇ ਉਹ ਅੱਜ ਵੀ ਕੈਪਟਨ ਨੂੰ ਮਿਲਦੇ ਹਨ। 20 ਫਰਵਰੀ ਨੂੰ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ। ਪੰਜਾਬ ਨੇ ਆਪਣੀ ਨਵੀਂ ਸਰਕਾਰ ਦਾ ਫੈਸਲਾ ਕਰਨਾ ਹੈ ਔਰ ਹਰ ਚੋਣ ਬਹੁਤ ਹੀ ਅਹਿਮ ਹੁੰਦੀ ਹੈਗੀ ਹੈ, ਪਰ ਜਿਸ ਵੱਡੇ ਸੰਘਰਸ਼ ਚੋਂ ਪੰਜਾਬ ਪਿਛਲੇ ਦਿਨਾਂ ਨਿਕਲਿਆ ਹੈਗਾ, ਇਹ ਚੋਣ ਹੋਰ ਵੀ ਅਹਿਮ ਹੋ ਜਾਂਦੀ ਹੈ। ਪੰਜਾਬ ਦੀ 1966 ਦੇ ਵਿੱਚ ਸੰਰਚਨਾ ਹੋਈ ਸੀਗੀ ਔਰ 1967 'ਚ ਪੰਜਾਬ 'ਚ ਪਹਿਲੀ ਚੋਣ ਹੋਈ ਸੀ ਔਰ 1967 ਦੀ ਚੋਣ ਨੂੰ ਛੱਡ ਕੇ 72 ਦੀ ਚੋਣ ਤੋਂ ਲੈ ਕੇ 2017 ਤੱਕ ਪੰਜਾਬ ਨੇ ਹਰ ਵਾਰੀ ਬੜਾ ਸਾਫ਼ ਫੈਸਲਾ ਦਿੱਤਾ ਹੈ ਜਿਹਦੀ ਵੀ ਸਰਕਾਰ ਬਣਾਈ ਹੈ। 1967 ਤੋਂ ਲੈ ਕੇ 2017 ਤੱਕ ਪੰਜਾਬ ਦੇ ਵਿੱਚ ਸਿੱਧਾ ਮੁਕਾਬਲਾ ਰਿਹਾ ਕਾਂਗਰਸ ਔਰ ਅਕਾਲੀ ਦਲ ਦਾ, ਔਰ ਫਿਰ ਜਦੋਂ ਭਾਜਪਾ ਦਾ ਗਠਬੰਧਨ ਹੋ ਗਿਆ ਅਕਾਲੀ ਦਲ ਨਾਲ, ਕਾਂਗਰਸ ਔਰ ਭਾਜਪਾ ਅਕਾਲੀ ਗਠਬੰਧਨ ਦੇ ਵਿੱਚ ਇਸ ਵਾਰੀ ਪੰਜਾਬ ਦਾ ਜਿਹੜਾ ਸਿਆਸੀ ਮਾਹੌਲ ਹੈ ਉਹ ਬੜਾ ਹੋਰ ਕਿਸਮ ਦਾ ਹੈ। ਬਹੁਤ ਪਾਰਟੀਆਂ ਚੋਣ ਮੈਦਾਨ 'ਚ ਉਤਰੀਆਂ ਹੋਈਆਂ ਨੇ। ਕਾਂਗਰਸ ਪਾਰਟੀ ਹੈ ਜਿਹਨੇ 5 ਸਾਲ ਸਰਕਾਰ ਚਲਾਈ ਹੈਗੀ ਹੈ। ਅਕਾਲੀ ਦਲ ਬਸਪਾ ਦਾ ਗਠਬੰਧਨ ਹੈਗਾ। ਉਹਦੇ ਇਲਾਵਾ ਆਮ ਆਦਮੀ ਪਾਰਟੀ ਹੈ। ਭਾਜਪਾ ਇਸ ਵਾਰੀ ਇਕੱਲੀ ਚੋਣ ਲੜ ਰਹੀ ਹੈ ਔਰ ਕਿਸਾਨਾਂ ਦੀ ਪਾਰਟੀ ਆਪਣੀ ਜ਼ੋਰ ਅਜ਼ਮਾਇਸ਼ ਕਰ ਰਹੀ ਹੈ। ਔਰ ਇਸ ਲਈ ਮੇਰਾ ਇਹ ਤਜਰਬਾ ਹੈ, ਮੈਂ 1 ਫਰਵਰੀ ਤੋਂ ਚੋਣ ਪ੍ਰਚਾਰ 'ਚ ਘੁੰਮ ਰਿਹਾ ਹੈਗਾ, ਕਿ ਪੰਜਾਬ ਦਾ ਜਿਹੜਾ ਵੋਟਰ ਹੈ ਉਹਦੇ ਮਨ ਦੇ ਵਿੱਚ ਅਸਮੰਜਸ ਹੈ। ਪੰਜਾਬ ਦੇ ਵਿੱਚ ਜਿਹਨੂੰ ਕਹਿੰਦੇ ਸਿਆਸੀ ਕਨਫਿਊਜ਼ਨ ਹੈਗੀ, ਪਰ ਮੈਂ ਤੁਹਾਡੇ ਰਾਹੀਂ ਵੋਟਰਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ, ਪੰਜਾਬ ਦੇ ਆਵਾਮ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਇੱਕ ਸਰਹੱਦ ਦਾ ਸੂਬਾ ਹੋਣ ਦੇ ਨਾਤੇ ਉਹ ਬਾਕੀ ਸੂਬਿਆਂ ਤੋਂ ਬਹੁਤ ਵੱਖ ਨੇ ਔਰ ਇਸ ਲਈ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਲੋੜ ਹੈਗੀ ਹੈ ਉਹ ਰਾਜਨੀਤਿਕ ਸਥਿਰਤਾ ਦੀ ਲੋੜ ਹੈ, ਪੋਲੀਟੀਕਲ ਸਟੇਬਿਲਿਟੀ ਦੀ ਲੋੜ ਹੈ। ਕਿਸੇ ਹੋਰ ਸੂਬੇ ਦੇ ਵਿੱਚ ਜੇ ਪੋਲੀਟੀਕਲ ਸਟੇਬਿਲਿਟੀ ਨਾ ਹੋਵੇ ਤਾਂ ਕੰਮ ਚੱਲ ਜਾਂਦਾ ਹੈ, ਪਰ ਪੰਜਾਬ ਵਰਗੇ ਸੂਬੇ ਦੇ ਵਿੱਚ ਅਗਰ ਪੋਲੀਟੀਕਲ ਸਟੇਬਿਲਿਟੀ ਨਾ ਹੋਵੇ ਤਾਂ ਉਹਦੇ ਵੱਖ-ਵੱਖ ਕਿਸਮ ਦੇ ਪਰਿਣਾਮ ਹੁੰਦੇ ਨੇ। ਔਰ ਇਸ ਲਈ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੀ 20 ਫਰਵਰੀ ਨੂੰ ਬਹੁਤ ਸਾਫ਼ ਔਰ ਡਿਸਾਈਸਿਵ ਫੈਸਲਾ ਕਰਨ ਦੀ ਲੋੜ ਹੈਗੀ ਹੈ। ਔਰ ਇਸ ਚੀਜ਼ ਦੇ ਬਾਵਜੂਦ ਕਿ ਪਿਛਲੇ ਕੁਝ ਦਿਨਾਂ ਤੋਂ ਕੋਈ ਥੋੜੀ ਮੋਟੀ ਨੋਕ ਝੋਂਕ ਕਾਂਗਰਸ ਪਾਰਟੀ ਦੇ ਵਿੱਚ ਚੱਲਦੀ ਰਹੀ ਹੈ। ਕਾਂਗਰਸ ਹੀ ਇੱਕ ਐਸੀ ਪਾਰਟੀ ਹੈ ਜਿਹੜੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਸਮਝਦੀ ਹੈ, ਜਿਹੜੀ ਪੰਜਾਬ ਦੀ ਬੜੀ ਵਿਸ਼ੇਸ਼ ਪਰਿਸਥਿਤੀ ਹੈ ਉਹਦੇ ਨਾਲ ਪੂਰੀ ਤਰ੍ਹਾਂ ਨਾਲ ਜਾਣੂ ਹੈ
ਔਰ ਇਹਦੇ ਨਾਲ ਕਾਂਗਰਸ ਪਾਰਟੀ ਕੋਲ ਇਹ ਤਜਰਬਾ ਹੈ ਕਿ ਕੇਂਦਰ 'ਚ ਵੀ ਔਰ ਸੂਬਿਆਂ ਦੇ ਵਿੱਚ ਵੀ ਸਰਕਾਰ ਕਿਵੇਂ ਚਲਾਉਣੀ ਹੈ। ਔਰ ਇਸ ਲਈ ਕਿਉਂਕਿ ਲੁਧਿਆਣਾ ਮੇਰਾ ਪੁਰਾਣਾ ਸੰਸਦੀ ਹਲਕਾ ਰਿਹਾ ਹੈ, ਅਸੀਂ ਕੱਲ੍ਹ ਇੱਥੇ ਚੋਣ ਪ੍ਰਚਾਰ 'ਚ ਆਏ ਸੀਗੇ ਔਰ ਮੈਂ ਇਹ ਸੋਚਿਆ ਕਿ ਪੁਰਾਣੇ ਸਾਥੀਆਂ ਨਾਲ ਇੱਕ ਵਾਰੀ ਦੁਬਾਰਾ ਤੋਂ ਰੂਬਰੂ ਹੋ ਜਾਣਾ ਚਾਹੀਦਾ ਹੈਗਾ। ਔਰ ਇਸ ਲਈ ਮੈਂ ਤੁਹਾਡੇ ਰਾਹੀਂ ਦੋ ਬੇਨਤੀਆਂ ਕਰਨਾ ਚਾਹੁੰਦਾ ਹਾਂ, ਫਿਰ ਤੁਹਾਡੇ ਸਵਾਲਾਂ ਦਾ ਜਵਾਬ ਦਊਂਗਾ। ਪਹਿਲੀ ਬੇਨਤੀ ਤਾਂ ਇਹ ਕਿ ਆਉਣ ਵਾਲੀ 20 ਫਰਵਰੀ ਨੂੰ ਪੰਜਾਬ ਦੇ ਆਵਾਮ ਨੂੰ ਇੱਕ ਸਾਫ਼ ਫੈਸਲਾ ਦੇਣ ਦੀ ਲੋੜ ਹੈਗੀ ਹੈ, ਇੱਕ ਡਿਸਾਈਸਿਵ ਮੈਂਡੇਟ ਦੇਣ ਦੀ ਲੋੜ ਹੈਗੀ ਹੈ। ਔਰ ਦੂਜਾ ਮੈਂ ਇਹ ਅਪੀਲ ਕਰਨਾ ਚਾਹੁੰਦਾ ਹੈਗਾ ਕਿ ਇਹ ਜਿਹੜਾ ਮੈਂਡੇਟ ਹੈ ਇਹ ਕਾਂਗਰਸ ਪਾਰਟੀ ਦੇ ਹੱਕ 'ਚ ਹੋਵੇ। ਬਹੁਤ ਬਹੁਤ ਧੰਨਵਾਦ। ਤੁਹਾਡੇ ਜਿਹੜੇ ਸਵਾਲ ਨੇ ਆਈ ਐਮ ਮੋਰ ਦੈਨ ਵਿਲਿੰਗ ਟੂ ਆਨਸਰ ਦੈਮ। ਕੇਜਰੀਵਾਲ ਕਹਿ ਰਹੇ ਨੇ ਕਿ ਇੱਕ ਸਾਫ਼ ਸਰਕਾਰ ਦੀ ਲੋੜ ਹੈ, ਲੋਕੀ ਇਸ ਸਮੇਂ ਸਾਫ਼ ਕਰੀਏ ਲਈ ਸਰਕਾਰ ਬਣ ਰਹੇ ਨੇ, ਤੁਸੀਂ ਕਿਸ ਤਰ੍ਹਾਂ ਮੰਨਦੇ ਹੋ ਕਿ ਕਿਹੜੀ ਆਪਣੇ ਆਪ ਨੂੰ ਸਾਫ਼ ਕਰੀਏ? ਦੇਖੋ ਇੱਦਾਂ ਹੈ ਕਿ ਤਜਰਬੇ ਸੂਬਿਆਂ ਨੂੰ ਬਹੁਤ ਮਹਿੰਗੇ ਪੈਂਦੇ ਔਰ ਜਿਵੇਂ ਮੈਂ ਕਿਹਾ ਕਿ ਪੰਜਾਬ ਦੀ ਇੱਕ ਬੜੀ ਵਿਸ਼ੇਸ਼ ਪਰਿਸਥਿਤੀ ਹੈ ਔਰ ਸਰਹੱਦ ਦਾ ਸੂਬਾ ਹੋਣ ਦੇ ਨਾਤੇ ਇਹਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਉਹ ਬੜੀ ਯੂਨੀਕ ਕਿਸਮ ਦੀਆਂ ਚੁਣੌਤੀਆਂ ਹੈਗੀਆਂ। ਔਰ ਜਿਹੜੇ ਲੋਕ ਸਵੱਛ ਸਰਕਾਰ ਦੀ ਗੱਲ ਕਰਦੇ ਨੇ ਉਹਨਾਂ ਨੂੰ ਪੰਜਾਬ ਸਮਝਦੇ 5 ਵਰੇ ਲੱਗ ਜਾਣੇ, ਕਿਉਂਕਿ ਪੰਜਾਬ ਨੂੰ ਸਮਝਣਾ ਔਰ ਪੰਜਾਬ ਨੂੰ ਚਲਾਉਣਾ ਇਹ ਕੋਈ ਸੌਖੀ ਚੀਜ਼ ਨਹੀਂ। ਕਿਸੇ ਹੋਰ ਸੂਬੇ ਦੇ ਵਿੱਚ ਜੇ ਕਿਸੇ ਦੀ ਸਰਕਾਰ ਹੋਵੇ, ਉਹ ਜਿਹੜੇ ਸੂਬੇ ਨੇ ਉਹ ਆਪਣੇ ਆਪ ਵੀ ਚੱਲ ਜਾਂਦੇ ਨੇ, ਪਰ ਪੰਜਾਬ ਇੱਕ ਬਹੁਤ ਹੀ ਵਿਚਿੱਤਰ ਪਰਿਸਥਿਤੀ ਚੋਂ ਨਿਕਲਿਆ ਹੋਇਆ ਸੂਬਾ ਹੈ। ਦੇਖੋ 47 ਦੇ ਵਿੱਚ ਜਦੋਂ ਮੁਲਕ ਦਾ ਵਿਭਾਜਨ ਹੋਇਆ, ਪਾਰਟੀਸ਼ਨ ਹੋਈ, ਉਜਾੜਾ ਪਿਆ, ਉਦੋਂ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਸੀ। ਸਾਡੇ 2 ਕਰੋੜ ਲੋਕ ਜੁਲਾਈ ਸਤੰਬਰ 1947 ਦੇ ਵਿੱਚ ਆਪਣਾ ਬਾਰਡਰ ਤੇ ਮਰੇ, 15 ਕਰੋੜ ਤੋਂ ਜ਼ਿਆਦਾ ਲੋਕ ਬੇਘਰ ਹੋ ਗਏ। ਔਰ ਉਸ ਤੋਂ ਇਲਾਵਾ 1980 ਤੋਂ ਲੈ ਕੇ 95 ਤੱਕ ਪੰਜਾਬ ਨੇ ਜਿਹੜਾ ਪਾਕਿਸਤਾਨ ਤੋਂ ਅੱਤਵਾਦ ਆਉਂਦਾ ਹੈਗਾ ਉਹਦਾ ਸੰਤਾਪ ਭੋਗਿਆ ਹੈਗਾ। ਔਰ ਇਸ ਲਈ ਪੰਜਾਬ ਦੀ ਜਿਹੜੀ ਸਮਾਜਿਕ ਪ੍ਰਿਸ਼ਠਭੂਮੀ ਹੈ ਉਹ ਬਾਕੀ ਸੂਬਿਆਂ ਤੋਂ ਬਹੁਤ ਵੱਖ ਹੈਗੀ। ਔਰ ਇਸ ਲਈ ਇਹ ਜਿਹੜਾ ਨਾਰਾ ਹੈ ਕਿ ਅਸੀਂ ਸਵੱਛ ਸਰਕਾਰ ਦੇਵਾਂਗੇ, ਇਹ ਨਾਰਾ ਜਿਹੜੀ ਪੰਜਾਬ ਦੀ ਪ੍ਰਸ਼ਾਸਨਿਕ ਨੂਐਂਸਸ ਨੇ ਉਹਨੂੰ ਕੈਪਚਰ ਨਹੀਂ ਕਰਦਾ ਹੈਗਾ। ਔਰ ਇਸ ਲਈ ਸਭ ਚੀਜ਼ ਦੇ ਬਾਵਜੂਦ ਮੇਰਾ ਇਹੀ ਮੰਨਣਾ ਹੈਗਾ ਕਿ ਅੱਜ ਵੀ ਕਾਂਗਰਸ ਪਾਰਟੀ ਪੰਜਾਬ ਨੂੰ ਇੱਕ ਸਥਾਈ ਸਰਕਾਰ ਦੇਣ ਦੇ ਵਿੱਚ ਸਭ ਤੋਂ ਸ਼ਾਇਦ ਬਿਹਤਰ ਪਾਰਟੀ ਹੈ। ਔਰ ਇਸ ਲਈ ਅਸੀਂ ਤੁਹਾਡੇ रूबरू हुए वन बाय वन। सुरक्षा की वन बाय वन सब छोड़ रहे हैं कांग्रेस, इसको सीरियस लेना चाहिए कांग्रेस को, हाईकमान को। पहले पंजाब की गल कर ली ना, फिर कर लेंगे कि बॉर्डर को लेकर सुरक्षा की बात कर रहे हैं। कल केजरीवाल साहब ने सुरक्षा एजेंसियों के ऊपर सवालिया निशान खड़े किए हैं। उनका कहना है कि जो बॉर्डर के ऊपर सुरक्षा कर्मी लगे हुए हैं, जब वो भी तैनात है, उनकी मिली भगत से ही पंजाब का जो माहौल है वो खराब करने की कोशिश की जाती है। नशा भी बॉर्डर एरिया से मिली भगत से आता है और हथियार भी। कहाँ तक आप सही मानते हैं? लगता है कि ये सही बात है? देखो ਤਾਂ ਹੀ ਮੈਂ ਤੁਹਾਨੂੰ ਇਹ ਗੱਲ ਕਹੀ ਸੀਗੀ ਕਿ ਪੰਜਾਬ ਦੀ ਜਿਹੜੀ परिस्थिति है, पंजाब ਦੇ ਜਿਹੜੀ ਚੁਣੌਤੀਆਂ ਨੇ, ਪੰਜਾਬ ਦੇ ਜਿਹੜੇ ਚੈਲੰਜਸ ਨੇ, ਬੜੇ ਵੱਖ ਕਿਸਮ ਦੇ ਚੈਲੰਜਸ, ਔਰ ਉਹਨਾਂ ਨੂੰ ਸਮਝਣ 'ਚ ਇਹਨਾਂ ਨੂੰ 5 ਸਾਲ ਲੱਗ ਜਾਣੇ। ਔਰ ਇਸ ਲਈ
ਇਹ ਜਿਹੜਾ ਬਿਆਨ ਦਿੱਤਾ ਹੈ ਕਿ ਸੁਰੱਖਿਆ ਏਜੰਸੀਜ਼ ਦੀ ਇਨਵੋਲਵਮੈਂਟ ਹੈਗੀ ਹੈ, ਇਹ ਬੜਾ ਗੰਭੀਰ ਬਿਆਨ ਹੈ। ਔਰ ਜੇ ਕੇਜਰੀਵਾਲ ਸਾਹਿਬ ਕੋਲੇ ਇਸ ਦੇ ਕੋਈ ਪ੍ਰਮਾਣ ਹੈਗੇ ਨੇ ਤਾਂ ਉਹਨਾਂ ਨੂੰ ਜ਼ਰੂਰ ਮੁਲਕ ਦੇ ਸਾਹਮਣੇ ਉਹ ਪ੍ਰਮਾਣ ਰੱਖਣੇ ਚਾਹੀਦੇ ਨੇ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਪਾਕਿਸਤਾਨ ਪੰਜਾਬ ਦੇ ਵਿੱਚ ਹਥਿਆਰ ਵੀ ਭੇਜਦਾ ਹੈ, ਨਸ਼ਾ ਵੀ ਭੇਜਦਾ ਹੈਗਾ, ਪੰਜਾਬ ਨੂੰ ਡੀਸਟੇਬਲਾਈਜ਼ ਕਰਨ ਦੀ ਕੋਸ਼ਿਸ਼ 1975 ਤੋਂ ਕਰਦਾ ਆ ਰਿਹਾ ਹੈ। ਪਰ ਇਹ ਕਹਿਣਾ ਕਿ ਉਹਦੇ 'ਚ ਹਿੰਦੁਸਤਾਨ ਦੀਆਂ ਸੁਰੱਖਿਆ ਏਜੰਸੀਜ਼ ਲਿਪਤ ਨੇ, ਇਹ ਬੜਾ ਗੰਭੀਰ ਬਿਆਨ ਹੈ। ਔਰ ਇਸ ਲਈ ਇਹਦੇ ਜੇ ਕੋਈ ਪ੍ਰਮਾਣ ਉਹਨਾਂ ਕੋਲ ਹੈਗੇ ਨੇ, ਉਹਨਾਂ ਨੂੰ ਪ੍ਰਮਾਣ ਲੋਕਾਂ ਦੇ ਸਾਹਮਣੇ ਰੱਖਣੇ ਚਾਹੀਦੇ। 1 ਸੈਕਿੰਡ ਦੇਖੋ, ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਆਵਾਮ ਇਹੋ ਜਿਹਾ ਕੋਈ ਫੈਸਲਾ ਦੇਣ ਜਾ ਰਿਹਾ। ਅੱਜ ਦੀ ਤਰੀਕ ਦੇ ਵਿੱਚ ਵੀ ਜਿਵੇਂ 2017 'ਚ ਰੌਲਾ ਬਹੁਤ ਸੀ, ਪਰ ਜਦੋਂ ਰਿਜ਼ਲਟ ਨਿਕਲੇ ਤਾਂ ਰਿਜ਼ਲਟ ਕਹਿ ਕੇ ਉਹਨਾਂ ਨੇ ਬਿਲਕੁਲ ਹੀ ਹੋਰ ਸੀਗੇ। ਔਰ ਇਸ ਲਈ ਅੱਜ ਇੱਕ ਜ਼ਰੂਰ ਅਸੀਂ ਚੋਣਾਂ ਤੋਂ 5 ਦਿਨ ਪਹਿਲਾਂ ਆਪਾਂ ਗੱਲ ਕਰ ਰਹੇ ਹਾਂ, ਅੱਜ ਜ਼ਰੂਰ ਇੱਕ ਕਨਫਿਊਜ਼ਨ ਦੀ ਸਥਿਤੀ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਮੈਂਡੇਟ ਜਿਹੜਾ ਹੈ ਉਹ ਡਿਸਾਈਸਿਵ ਹੋਊਗਾ ਔਰ ਲੋਕੀ ਇਸ ਪੰਜਾਬ ਦੀ ਵਿਸ਼ੇਸ਼ ਪਰਿਸਥਿਤੀ ਨੂੰ ਮੁੱਖ ਰੱਖਦਿਆਂ ਹੋਇਆਂ ਠੀਕ ਫੈਸਲਾ ਕਰਨਗੇ। You and Captain Amrinder Singh right from the beginning, when many other people seem to be on the same page. But when it comes to the government in Punjab, be it Mr. Channi, be it your Home Minister Sukhbir Randhawa ji, they've always been denying that there is no such condition, there is no such problem in Punjab. So how serious is Congress? Because with your Prime Ministerial candidate, even we ask these questions. So he point blank that we have no law and order situation, we have no such threat in Punjab. सर मैं भी छोड़ के ऐड कर रहा हूँ क्योंकि दावा में तो इतना क्या कि ना पाकिस्तान को ड्रोन आ रहा है ना वेपन आ रहा है, इसमें होता नहीं कौन And that's to the Home Minister. ਦੇਖੋ, ਮੈਨੂੰ ਨਹੀਂ ਪਤਾ ਕਿ ਸੁਖੀ ਰੰਧਾਵਾ ਜੀ ਨੇ ਕੀ ਕਿਹਾ ਹੈ ਕਿ ਨਹੀਂ ਕਿਹਾ ਹੈ, ਪਰ ਇਹ ਵਾਸਤਵਿਕਤਾ ਹੈ। ਸਾਡੇ ਤੇ ਵਿਸ਼ਵਾਸ ਕਰੋ। ਮੈਂ ਤੁਹਾਡੇ ਤੇ ਪੂਰਾ ਵਿਸ਼ਵਾਸ ਕਰਦਾ, ਅੱਜ ਤਾਂ ਨਹੀਂ ਕਰਦਾ, 2004 ਦਾ ਕਰਦਾ ਹੈਗਾ। ਤੋ ਪਰ ਇਹ ਵਾਸਤਵਿਕਤਾ ਹੈ ਕਿ ਪਾਕਿਸਤਾਨ ਨਿਰੰਤਰ ਔਰ ਲਗਾਤਾਰ 1975 ਤੋਂ ਪੰਜਾਬ ਨੂੰ ਡੀਸਟੇਬਲਾਈਜ਼ ਕਰਨ ਦੀ, ਅਸਥਿਰ ਬਣਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਔਰ ਇਹ ਗੱਲ ਤਾਂ ਪ੍ਰਮਾਣਿਤ ਹੈਗੀ ਹੈ ਔਰ ਕੇਂਦਰ ਸਰਕਾਰ ਨੇ ਇਹਨੂੰ ਸੰਸਦ 'ਚ ਵੀ ਮੰਨਿਆ ਹੈਗਾ ਕਿ ਪਾਕਿਸਤਾਨ ਤੋਂ ਹਥਿਆਰ ਔਰ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਆਉਂਦੇ ਨੇ। ਔਰ ਜਿਹੜੇ ਡਰੋਨ ਫੜੇ ਗਏ ਨੇ, ਉਹ ਡਰੋਨ ਸਾਰਿਆਂ ਨੇ ਵੇਖੇ ਵੀ ਨੇ। ਉਸ ਤੋਂ ਉਸ ਦੇ ਉੱਪਰ ਸਾਰਵਜਨਿਕ ਪ੍ਰੈਸ ਕਾਨਫਰੰਸਿਸ ਵੀ ਹੋਈਆਂ ਨੇ। ਔਰ ਜਿਹੜੀ ਪਾਕਿਸਤਾਨ ਤੋਂ ਪੰਜਾਬ ਨੂੰ ਕੰਟੀਨਿਊਇੰਗ ਥ੍ਰੈਟ ਹੈ, ਉਸ ਚੀਜ਼ ਨੂੰ ਅਗਰ ਕੋਈ ਘਟਾ ਕੇ ਵੇਖਣ ਦੀ ਕੋਸ਼ਿਸ਼ ਕਰਦਾ ਹੈਗਾ ਤੇ ਇੱਕ ਬਹੁਤ ਵੱਡੀ ਗਲਤੀ ਕਰਦਾ ਹੈ। ਵੀ ਸ਼ੁੱਡ ਆਲਵੇਜ਼ ਰਿਮੇਨ cognizant of the continuing threat from Pakistan insofar as Punjab is concerned. अश्विनी कुमार रिजाइन कर गए, अश्विनी कुमार भी कल रिजाइन कर गए कांग्रेस से। There's a connection. Is all well with the Congress, one after the other. Leaders are ਉਹ ਤਾਂ ਫਿਰ ਕਰਨ ਪੁੱਛ ਹੀ ਰਿਹਾ ਹੈਗਾ, ਕੋਈ ਹੋਰ ਜਿਹਾ ਸਵਾਲ ਹੈਗਾ। And there's a word, sir, I am just elaborating his question. There's a word dignity that he uses in his letter. This is the same thing that Captain Amrinder Singh says. So one after the other, when these leaders are leaving, firstly about which Congress at national level and impact in Punjab. ਮਨੀਸ਼ ਜੀ, ਕਾਂਗਰਸ ਦੇ ਜਿਹੜੇ ਜਿੰਨੇ ਵੀ ਮੰਤਰੀ ਹੈਗੇ ਆ ਸਾਰੇ ਗੱਲ ਕਰ ਰਹੇ ਨੇ 111 ਦਿਨ ਦੀ ਸਰਕਾਰ ਦੀ। ਕੀ ਪੰਜਾਬ ਦੇ ਵਿੱਚ ਸਿਰਫ 111 ਦਿਨ ਸਰਕਾਰ ਰਹੀ ਹੈ ਜਾਂ 5 ਸਾਲ ਦੀ ਹੈ? ਦੇਖੋ, ਮੇਰਾ ਤਾਂ ਇਹ ਮੰਨਣਾ ਹੈ ਕਾਂਗਰਸ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ 5 ਸਾਲ ਰਹੀ ਹੈਗੀ ਹੈ। ਔਰ ਜਿਹੜਾ ਵਿਕਾਸ ਹੋਇਆ, ਜਿਹੜੀ ਤਰੱਕੀ ਹੋਈ ਹੈ, ਜਿਹੜਾ ਵੱਖ-ਵੱਖ ਹਲਕਿਆਂ 'ਚ ਕੰਮ ਹੋਇਆ ਹੈ, ਉਹ ਪੂਰੇ ਪਿਛਲੇ 5 ਸਾਲ 'ਚ ਹੋਇਆ ਹੈ। ਇਹ ਜ਼ਰੂਰ ਆਪਣਾ ਕਿ ਪਾਰਟੀਆਂ ਦੇ ਵਿੱਚ ਕਦੇ ਅਦਲ ਬਦਲ ਹੋ ਜਾਂਦਾ ਹੈਗਾ, ਪਾਰਟੀਆਂ ਕਦੇ ਫੈਸਲਾ ਕਰਦੀਆਂ ਨੇ, ਕਦੇ ਕਿਸੇ ਨੂੰ ਰਹਿਨੁਮਾਈ ਦਿੰਦੀਆਂ ਨੇ, ਕਦੇ ਕਿਸੇ ਹੋਰ ਨੂੰ ਰਹਿਨੁਮਾਈ ਦਿੰਦੀਆਂ ਨੇ। ਪਰ ਜਿਹੜੀ ਬੁਨਿਆਦੀ ਗੱਲ ਹੈਗੀ ਹੈ, ਬੁਨਿਆਦੀ ਗੱਲ ਹੈ ਕਿ ਪੰਜਾਬ ਦੇ ਆਵਾਮ ਨੇ ਕਾਂਗਰਸ ਦੀ ਸਰਕਾਰ 5 ਸਾਲ ਵਾਸਤੇ ਚੁਣੀ ਸੀ ਔਰ ਜਿਹੜਾ ਵੀ ਕੰਮ ਹੋਇਆ ਹੈਗਾ ਉਹਨੂੰ 5 ਸਾਲ ਦੇ ਕੰਟੀਨਿਊਮ 'ਚ ਦੇਖਣ ਦੀ ਲੋੜ ਹੈਗੀ।
ਲੇਕਿਨ ਸਰ ਇਸ ਵੇਲੇ ਤੇ ਹੋ ਰਿਹਾ ਕਿ ਜਿਹੜਾ ਕੀਤਾ ਉਹ 111 ਦਿਨਾਂ 'ਚ ਹੋਇਆ, ਜਿਹੜਾ ਨਹੀਂ ਕੀਤਾ ਉਹ 4.5 ਸਾਲ ਦੇਖੋ ਇਦਾਂ ਹੈ ਕਿ ਇਹ ਜੇ ਆਪਾਂ ਫਰਕ ਕਰਨਾ ਸ਼ੁਰੂ ਕਰਾਂਗੇ ਤੇ ਜੇ ਆਪਾਂ ਇਹ ਫਰਕ ਕਰਨਾ ਸ਼ੁਰੂ ਕਰਾਂਗੇ ਤਾਂ ਜਿਹੜੇ ਕੰਮ ਪਿਛਲੇ 5 ਸਾਲ 'ਚ ਹੋਏ ਨੇ ਆਪਾਂ ਉਹਨਾਂ ਨੂੰ ਅੰਡਰਮਾਈਨ ਕਰਦੇ ਹੈਗੇ ਆ। ਸਰਕਾਰਾਂ ਕੰਟੀਨਿਊਮ ਹੁੰਦੀਆਂ ਨੇ, ਉਹਦੇ 'ਚ ਨੇਤਰਤਵ ਬਦਲ ਜਾਂਦਾ ਹੈ, ਪਰ ਇਹ ਕਹਿਣਾ ਕਿ ਬਈ ਸਰਕਾਰ 111 ਦਿਨ ਦੀ ਸੀ ਔਰ ਪਿਛਲੇ 5 ਵਰਿਆਂ ਦੀ ਨਹੀਂ ਸੀ, ਮੇਰੇ ਹਿਸਾਬ ਨਾਲ ਉਹ ਇੱਕ ਬਹੁਤ ਹੀ ਬਚਕਾਣੀ ਸੋਚ ਦਾ ਪ੍ਰਤੀਕ ਹੈ। ਹਾਂ ਕਰਨ ਨੂੰ ਪੁੱਛ ਲਾ। ਐਸਐਲ ਮੁੱਦੇ ਦੇ ਉੱਤੇ ਕੇਜਰੀਵਾਲ ਸਾਹਿਬ ਨੇ ਕਿਹਾ ਵਾ ਕਿ ਇਹ ਇੱਥੇ ਰਿਵਾਇਤੀ ਪਾਰਟੀ ਜਿਹੜੀ ਹੈਗੀ ਆ ਉਹ ਖੁਦ ਹੀ ਨਹੀਂ ਚਾਹੁੰਦੀਆਂ ਇਸ ਚੀਜ਼ ਦਾ ਹੱਲ ਹੋਵੇ। ਅਭੀ ਪ੍ਰੈਸ ਨੂੰ ਜਲਦੀ ਸ਼ਾਇਦ SYL ਮੁੱਦੇ ਦੇ ਅਰਾਊਂਡ ਜਿਹੜੀਆਂ ਸੈਂਸਿਟਿਵਿਟੀਜ਼ ਨੇ ਉਹਨਾਂ ਨੂੰ ਕੇਜਰੀਵਾਲ ਸਮਝਦੇ ਨਹੀਂ। ਮੈਂ ਤਾਂ ਹੀ ਬਾਰ-ਬਾਰ ਇਹ ਗੱਲ ਕਹਿ ਰਿਹਾ ਹੈਗਾ ਕਿ ਇਹਨਾਂ ਨੂੰ ਪੰਜਾਬ ਨੂੰ ਸਮਝਣ 'ਚ ਹੀ 5 ਸਾਲ ਲੱਗ ਜਾਣੇ, ਕਿਉਂਕਿ SYL ਦਾ ਜਿਹੜਾ ਮੁੱਦਾ ਹੈ, ਪੰਜਾਬ 'ਚ ਜਿਹੜਾ ਪਾਣੀਆਂ ਦਾ ਮੁੱਦਾ ਹੈਗਾ, ਉਹ ਬਹੁਤ ਹੀ ਇੱਕ ਇਮੋਟਿਵ ਮੁੱਦਾ ਹੈ। ਔਰ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ, ਮੈਨੂੰ ਤਾਂ ਯਾਦ ਹੈਗਾ ਕਿ ਜਦੋਂ 1980 'ਚ ਪੰਜਾਬ ਦੇ ਹਾਲਾਤ ਵਿਗੜਨੇ ਸ਼ੁਰੂ ਹੋਏ ਸੀਗੇ, ਉਹ SYL ਦੇ ਮੁੱਦੇ ਨੂੰ ਹੀ ਲੈ ਕੇ ਵਿਗੜਨੇ ਸ਼ੁਰੂ ਹੋਏ ਸੀ। ਔਰ ਇਸ ਲਈ ਇਹ ਕਹਿਣਾ ਕਿ SYL ਦਾ ਜਿਹੜਾ ਮੁੱਦਾ ਹੈ ਉਹ ਰਵਾਇਤੀਆਂ ਪਾਰਟੀਆਂ ਕਰਕੇ ਰਿਜ਼ੋਲਵ ਨਹੀਂ ਹੋ ਰਿਹਾ, ਮੇਰੇ ਖਿਆਲ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਪੂਰੀ ਤਰ੍ਹਾਂ ਉਹਨਾਂ ਨੂੰ ਇਸ ਮੁੱਦੇ ਬਾਰੇ ਸਮਝ ਨਹੀਂ ਹੈਗੀ, ਕਿਉਂਕਿ ਹੁਣ ਵੀ ਜਿਹੜਾ SYL ਦਾ ਮੁੱਦਾ ਹੈ ਉਹ ਸੁਪਰੀਮ ਕੋਰਟ 'ਚ ਲੰਬਿਤ ਹੈ ਔਰ ਸੁਪਰੀਮ ਕੋਰਟ 'ਚ ਉਹਦੇ ਉੱਪਰ ਲੜਾਈ ਲੜੀ ਜਾ ਰਹੀ ਹੈ। ਔਰ ਇਸ ਲਈ ਪੰਜਾਬ ਦੇ ਜਿਹੜੇ ਪਾਣੀਆਂ ਦਾ ਮੁੱਦਾ ਹੈ ਉਹ ਪੰਜਾਬ ਦੇ ਆਵਾਮ ਵਾਸਤੇ ਇੱਕ ਬਹੁਤ ਹੀ ਇਮੋਟਿਵ ਇਸ਼ੂ ਹੈ ਔਰ ਉਸ ਚੀਜ਼ ਨੂੰ ਬਰੀਕੀ ਨਾਲ ਔਰ ਜ਼ਿੰਮੇਵਾਰੀ ਨਾਲ ਸਮਝਣ ਦੀ ਲੋੜ ਹੈ। ਬਸ ਹੋ ਗਿਆ ਯਾਰ ਹੁਣ। ਲੋਕਾਂ ਦੀ ਅਪੀਲ ਕਰ ਰਹੇ ਹੋ। ਤੁਸੀਂ ਪਿੱਛੇ ਇੱਕ ਟਵੀਟ ਕੀਤਾ ਸੀ ਹਿੰਦੂ ਕੇਡਰ ਨੂੰ VOTING ਨੂੰ ਲੈ ਕੇ, ਹੁਣ ਅੱਜ ਪੰਜਾਬ ਦਾ ਹਿੰਦੂ ਇਹ ਕਹਿ ਰਿਹਾ ਕਿ ਜੇ ਤੁਹਾਡੇ ਵਰਗੇ ਕੈਲੀਬਰ ਜਿਹੜੀ ਪਰਸਨੈਲਿਟੀਜ਼ ਹੈਗੀਆਂ ਉਹਨਾਂ ਦੀ ਯੋਗਤਾ ਨੂੰ ਦੇਖ ਕੇ ਜੇ ਅਸੀਂ PM ਜਿਹੜਾ ਕਦੀ ਬਣ ਹੀ ਨਹੀਂ ਸਕਦਾ, ਫਿਰ ਹਿੰਦੂ ਕੇ ਉਮੀਦਵਾਰ ਨੂੰ ਵੋਟ ਕਿਉਂ ਪਾਵੇ, ਕਿਉਂਕਿ PM ਤਾਂ ਕਦੀ ਬਣ ਹੀ ਨਹੀਂ ਸਕਦਾ, ਉਹਨਾਂ ਦੀ ਆਵਾਜ਼ ਹੀ ਨਹੀਂ ਕਦੀ ਜਾਖੜ ਜੀ ਨੇ ਵੀ ਕਿਹਾ। ਦੇਖੋ ਇੱਦਾਂ ਹੈ ਕਿ ਪੰਜਾਬ ਦੇ ਵਿੱਚ ਹਿੰਦੂ ਔਰ ਸਿੱਖ ਦਾ ਕੋਈ ਫਰਕ ਨਹੀਂ। ਹਿੰਦੂ ਔਰ ਸਿੱਖ ਦਾ 9 ਮਾਸ ਦਾ ਸਾਥ, ਔਰ ਜਿਹੜਾ ਕੋਈ ਇਹ ਫਰਕ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਸਿੱਧਾ ISI ਦੇ ਹੱਥਾਂ 'ਚ ਖੇਡਦਾ ਹੈ। ਪੰਜਾਬ ਦੀ ਜਿਹੜੀ ਸਮਾਜਿਕ ਏਕਤਾ ਦੀ ਹੋਂਦ ਹੈ ਉਹ ਹਿੰਦੂ ਸਿੱਖ ਭਾਈਚਾਰਾ, ਔਰ ਆਪਣੇ ਰਾਜਨੀਤਿਕ ਮਹੱਤਵਾਕਾਂਖਿਆ ਲਈ ਉਸ ਚੀਜ਼ ਨੂੰ ਠੇਸ ਪਹੁੰਚਾਉਣਾ ਪੰਜਾਬ ਨਾਲ ਸਭ ਤੋਂ ਵੱਡਾ ਵਿਸ਼ਵਾਸਘਾਤ ਕਰਨ ਦੀ ਕੋਸ਼ਿਸ਼। ਦੇਖੋ ਇੱਦਾਂ ਹੈ ਕਿ ਮੈਂ ਲੁਧਿਆਣੇ ਦੀ ਨੁਮਾਇੰਦਗੀ ਕੀਤੀ, ਮੇਰੇ ਤੋਂ ਪਹਿਲਾਂ ਲੁਧਿਆਣੇ 'ਚ ਕੋਈ ਹਿੰਦੂ MP ਨਹੀਂ ਸੀ, ਮੇਰੇ ਤੋਂ ਬਾਅਦ ਵੀ ਜਿਹੜੇ ਜਿੱਤੇ ਉਹ ਹਿੰਦੂ ਨਹੀਂ ਸੀ। ਮੈਂ ਸ੍ਰੀ ਅਨੰਦਪੁਰ ਸਾਹਿਬ ਤੋਂ MP ਹਾਂ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਸਿਰਜਿਆ ਸੀਗਾ 1699 'ਚ। ਮੈਨੂੰ ਇਸ ਕਰਕੇ ਤਾਂ ਨਹੀਂ ਲੁਧਿਆਣੇ ਦੇ ਲੋਕਾਂ ਨੇ ਜਿਤਾਇਆ ਸੀ ਜਾਂ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨੇ ਜਿਤਾਇਆ ਹੈ ਕਿ ਮੈਂ ਹਿੰਦੂ ਸੀ। ਪੰਜਾਬ ਦੀ ਜਿਹੜਾ ਈਥੋਸ ਹੈ ਉਹ ਇਹ ਹੈ ਕਿ ਮਾਨਸ ਕੀ ਜਾਤ ਸਭੇ एक पहचान, ਨਾਨਕ ਨਾਮ ਫਕੀਰ, ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ। ਇਸ ਲਈ ਜਿਹੜੇ ਹਿੰਦੂ ਸਿੱਖ 'ਚ ਪਾੜਾ ਪਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਸਿੱਧੇ ਤੌਰ ਤੇ ISI ਦੇ ਹੱਥਾਂ 'ਚ ਖੇਡਦੇ ਨੇ। ਔਰ ਮੈਂ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਆਪਣੀ ਰਾਜਨੀਤੀ ਵਾਸਤੇ ਇਹ ਜਿਹੜਾ ਪੰਜਾਬੀਅਤ ਜੋ ਪੰਜਾਬ ਦਾ ਬਿਲਕੁਲ ਮੂਲਭੂਤ ਆਧਾਰ ਹੈ ਉਹਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰੇ। ਮੈਂ ਇੱਕ ਮਿੰਟ ਜਵਾਬ ਦੇ ਦਿੰਦਾ ਹੈਗਾ। CM ਬਦਲਿਆ ਗਿਆ ਸੀ ਸਤੰਬਰ 2021 'ਚ, ਉਹਨਾਂ ਨੂੰ ਕਹਿੰਦੇ ਨੇ ਚੋਣਾਂ ਦੇ ਦੌਰਾਨ ਕਿਉਂ ਯਾਦ ਆ ਰਿਹਾ ਹੈਗਾ। ਔਰ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਹੈਗੀ ਜਿਹੜੇ ਹਿੰਦੂਆਂ ਦੀ ਗੱਲ ਕਰਦੇ ਨੇ ਉਹਨਾਂ ਨੂੰ ਹਿੰਦੂ ਤਦ ਹੀ ਯਾਦ ਆਉਂਦੇ ਨੇ ਜਦੋਂ ਚੀਫ ਮਿਨਿਸਟਰ ਦੀ ਗੱਲ ਆ ਜਾਂਦੀ ਹੈਗੀ ਹੈ। ਉਹਨਾਂ ਨੇ ਅੱਜ ਤੱਕ ਹਿੰਦੂਆਂ ਵਾਸਤੇ ਕੀ ਕੀਤਾ ਹੈਗਾ। ਇੱਕ ਮਿੰਟ ਯਾਰ ਖੜ ਜਾ। ਮੈਂ ਇਹ ਪੁੱਛਣਾ ਚਾਹੁੰਦਾ ਹੈਗਾ ਕਿ ਬਈ ਹਿੰਦੂ ਦੀ ਆਵਾਜ਼ ਯਾਦ ਸਿਰਫ ਤਦ ਹੁੰਦੀ ਹੈ
ਜਦੋਂ ਕਿ ਆਪਣੀ ਚੀਫ ਮਿਨਿਸਟਰ ਦੀ ਗੱਲ ਆਉਂਦੀ ਹੈਗੀ ਹੈ, ਵੈਸੇ ਨਹੀਂ ਹਿੰਦੂ ਯਾਦ ਆਉਂਦਾ ਹੈਗਾ। ਇਹ ਜਿਹੜੇ ਹਿੰਦੂਆਂ ਦੀ ਗੱਲ ਕਰਦੇ ਨੇ, ਪੰਜਾਬ ਦੀ ਸਮਾਜਿਕ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ, ਇਹਨਾਂ ਨੇ ਹਿੰਦੂਆਂ ਵਾਸਤੇ ਕੀ ਕੀਤਾ ਹੈਗਾ? ਸੋ ਇਸ ਲਈ ਆਪਣੀ ਇਸ ਹਿੰਦੂ ਸਿੱਖ ਏਕਤਾ ਨੂੰ, ਪੰਜਾਬ ਦੇ ਭਾਈਚਾਰੇ ਨੂੰ, ਪੰਜਾਬੀ ਪੰਜਾਬੀਅਤ ਨੂੰ, ਇਹਨਾਂ ਨੂੰ ਆਪਣੀ ਪੋਲਿਟਿਕਸ ਦੀ ਭੇਂਟ ਨਹੀਂ ਚੜਾਉਣਾ ਚਾਹੀਦਾ। एक मिनट वो पूछ रहे थे कुछ। मनीष जी, आपका क्वेश्चन आंसर्ड है। अश्विनी कुमार जी वाला दूसरा जो है केप्ट आउट ऑफ द कैंपेन कमेटी। ਹੁਣ ਉਹਨਾਂ ਨੇ ਬ੍ਰਾਹਮਣਾਂ ਤੇ ਟਿੱਪਣੀ ਕੀਤੀ ਹੈ, ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? जी जी ਬ੍ਰਾਹਮਣਾਂ ਦੇ ਉੱਪਰ ਉਹਨਾਂ ਨੇ ਟਿੱਪਣੀ ਕੀਤੀ ਹੈ। देखो इदा है कि सिद्धू साहब की गल्लां सिद्धू साहब जानन, वो आप ही सक्षम ने अपने सवाल का जवाब देने वास्ते। हाँ हाँ करण, हाँ बोल। आपके सीनियर लीडर की आई कि रोज कोई ना कोई कांग्रेस का सीनियर लीडर छोड़ के जा रहा है, हाई कमान को उसमें देखना चाहिए। कल भी एक सीनियर लीडर छोड़ के गए हैं, इसकी आपकी क्या देखो, कल प्रियंका गांधी ने बोला है कि ये असली पगड़ी है, दूसरी बाकी नकली पगड़ी है, उनसे भी ऑपोजिशन पार्टियां काफ़ी बीजेपी मजबूत होती जा रही है। देखो इदा है पहले कि ਹੁਣ पंजाबी च सुन लिया। हाँ तो देखिए ऐसा है कि अगर कोई भी व्यक्ति कांग्रेस छोड़ के जाता है, उससे ज़रूर पार्टी का नुकसान होता है। श्री अश्विनी कुमार जी कांग्रेस पार्टी के सांसद रहे, पंजाब से कांग्रेस पार्टी के वरिष्ठ मंत्री रहे, हमारे सहयोगी रहे, और अगर वो छोड़ के गए, ये बहुत ही दुर्भाग्यपूर्ण। पर ਉਹਦੇ ਨਾਲ एक गल होर भी है, ये ਜਿਹੜੀ ਰਾਜ ਸਭਾ ਦੀ ਕੁੱਤੇ ਝਾਕ है ना, ਇਹ ਬੰਦੇ ਕੋਲੋਂ ਬਹੁਤ ਕੁਝ ਕਰਾਉਂਦੀ ਹੈ। क्या लालच के वजह जा रहे हैं? ਮੈਂ ਹੁਣ ਤੁਸੀਂ ਕਹਿ ਕੇ ਬਹੁਤ ਸਮਝਦਾਰ ਹਾਂ, ਤੇ ਪੰਜਾਬ 'ਚ 7 ਰਾਜ ਸਭਾ ਦੀਆਂ ਸੀਟਾਂ ਹੋਣੀਆਂ ਨੇ ਅਪ੍ਰੈਲ ਤੋਂ ਲੈ ਕੇ ਜੁਲਾਈ ਤੱਕ। ਇਹ ਕਿਹੜੀ ਕੋ ਰਾਜ ਸਭਾ ਦੀ ਕੁੱਤੇ ਝਾਕ ਹੈ ਨਾ, ਜਿਹੜੀ ਕੁੱਤੇ ਝਾਕ ਨਾ ਰਾਜ ਸਭਾ ਦੀ, ਇਹ ਬੰਦੇ ਨੂੰ ਬੜੀ ਖੱਜਲ ਖੁਆਰ ਕਰਦੀ ਹੈ। प्रधानमंत्री पे टिप्पणी की है, उस पर क्या कहना? ਦੇਖੋ ਇਦਾਂ ਹੈ ਕਿ ਜਿੱਥੇ ਤੱਕ ਪਗੜੀ ਦੀ ਗੱਲ ਹੈਗੀ ਹੈ, ਅਸੀਂ ਸਾਰੇ ਪਗੜੀ ਦਾ ਸਤਿਕਾਰ ਕਰਦੇ ਨੇ, ਔਰ ਇਹ ਪੰਜਾਬ ਦੀ ਸ਼ਾਨ ਹੈ, ਔਰ ਇਸ ਦੇ ਉੱਪਰ ਸਿਆਸਤ ਨਹੀਂ ਹੋਣੀ ਚਾਹੀਦੀ। ਸਰ ਇੱਕ ਮੇਰਾ ਵੀ ਜੀ ਉਹ ਜਿਹੜਾ ਅਸ਼ਵਨੀ ਕੁਮਾਰ ਹੋਣਾ ਦਾ ਮੇਰੇ ਉਹਨਾਂ ਨਾਲ ਰੈਲੇਵੈਂਟ ਹੈ। ਅਸ਼ਵਨੀ ਕੁਮਾਰ ਦਾ ਜਿਹੜਾ ਲੈਟਰ ਹੈ ਡੈਜ਼ਿਗਨੇਸ਼ਨ ਆਈ, ਉਹ ਨੇ ਕਿਹਾ इसको बीच को वेरी हाई ऑफ मिसिस सोनिया गांधी, बट उन्हें सेंट्रल इनिशिएटिव को क्रिटिसाइज किया। लेकिन क्या मिसिस सोनिया गांधी हैज बिकम इररिलेवेंट? देखो इदा है कि अश्विनी कुमार जी एक नफीस इंसान ने, और वधिया वकील ने, वधिया दलील भी दे लेंदे ने, और कई गल्लां जड़ियां उन्होंने कहियां ने, कई गल्लां सही ने। बहुत सारे लोग उस चीज़ से चिंतित, पर आपां अज चोणां दे माहौल 'च है, पंजाब दी चोणां दी गल कर रहे हैगे हैं, सो ये गल चोणां तो बाद भी हो सकती हैगी है। पर ਉਹਦੇ ਨਾਲ मैं जरूर ये जोड़ना चाहुंदा हैगा कि जे राज सभा दी कुत्ते झाक है ना, बंदे तो बड़ी खजल खुआर करती है बंदे नूं। सो यार तेनू शर्म आनी चाहिए ऐसा सवाल पूछते हुए, तेनू शर्म आनी चाहिए ऐसा सवाल पूछते हुए। ऐदा है कि असी कांग्रेस कहने हिस्सेदार है, किराएदार नहीं है। अहीं अपनी जिंदगी के 40 साल कांग्रेस पार्टी नूं दित्ते ने, साडे परिवारां ने शहादत दित्ती हैगी कांग्रेस पार्टी वास्ते। ये हो सकता है कि किसी व्यक्ति विशेष नाल या कई लोगों नाल साडे कोई विचारात्मक मतभेद होण, और वो पार्टियां च रहिंदे ने, पर ਇਹਦਾ ਇਹ ਮਤਲਬ ਥੋੜੀ ਹੈਗਾ ਕਿ ਤੁਸੀਂ ਅੱਜ ਇੱਧਰ ਕੱਲ ਉੱਧਰ। ਇਹ ਮੇਰਾ ਕਿਰਦਾਰ ਨਹੀਂ। मैं पूछ रहा सो You've been kept out of the campaign team despite being such a senior leader. You won all elections there and knows the pulse of Punjab. ऐदा है, लेट मी आंसर दैट क्वेश्चन। देखो, nobody becomes a leader by being included or excluded from any list। और मैं अपने साथियों नाल हस रहा सीगा, इफ द लेडीज़ डू नॉट माइंड, कि उस लिस्ट तक कई ਇਹੋ ਜਿਹੇ ਲੋਕ ਨੇ ਜਿਨ੍ਹਾਂ ਦੇ ਕਹਿਣ ਤੇ ਉਹਨਾਂ ਦੀ ਘਰ ਵਾਲੀਆਂ ਨਾਲ ਵੋਟ ਪਾਉਣ। ਸੋ ਇਸ ਲਈ ਇਹ ਚੀਜ਼ਾਂ ਕਹਿੰਦੇ ਨੇ ਇਰਰੈਲੇਵੈਂਟ ਨੇ।
ਬੁਨਿਆਦੀ ਗੱਲ ਇਹ ਹੈ ਕਿ ਪੰਜਾਬ ਦੀਆਂ ਜਿਹੜੀਆਂ ਚੁਣੌਤੀਆਂ ਨੇ ਉਹ ਪੰਜਾਬ ਦੀਆਂ ਚੁਣੌਤੀਆਂ ਬਹੁਤ ਵੱਡੀਆਂ ਨੇ ਔਰ ਜਦੋਂ ਮੈਂ ਸਿਆਸਤ ਨੂੰ ਵੇਖਦਾ ਹੈਗਾ ਮੈਂ ਇਹ ਨਹੀਂ ਵੇਖਦਾ ਹੈਗਾ ਕਿ ਮੈਂ ਕੀ ਬਣ ਰਿਹਾ ਹੈਗਾ ਜਾਂ ਕੱਲ ਨੂੰ ਮੈਂ ਕੀ ਬਣੂੰਗਾ ਮੈਂ ਇਹ ਵੇਖਦਾ ਹੈਗਾ ਕਿ ਸਾਡੇ ਸੂਬੇ ਦਾ ਕੀ ਬਣੂਗਾ ਤਾਂ ਇਸ ਲਈ ਮੇਰੀ ਸੋਚ ਦੇ ਵਿੱਚ ਔਰ ਤੁਸੀਂ ਮੈਨੂੰ ਸਾਰੇ 2004 ਤੋਂ ਜਾਣਦੇ ਹੋ ਮੇਰੀ ਜਿਹੜੀ ਸੋਚ ਹੈ ਸਿਆਸਤ ਪ੍ਰਤੀ ਉਹ ਮੁੱਦਿਆਂ ਦੀ ਸਿਆਸਤ ਹੈ ਵਿਅਕਤੀਆਂ ਦੀ ਸਿਆਸਤ ਨਹੀਂ ਹੈ ਤਿਵਾੜੀ ਸਾਹਿਬ ਇੱਕ ਕਹਿੰਦੇ ਆ ਕਿ ਸ਼ਾਇਦ ਤੁਹਾਨੂੰ ਆਫਰ ਜਿਹੜੇ ਸਾਡੇ ਕੈਪਟਨ ਸਾਹਿਬ ਆ ਉਹਨਾਂ ਨਾਲ ਬੜੀ ਨਜ਼ਦੀਕੀ ਹੈ ਤੁਹਾਡੀ ਕਹਿੰਦੇ ਉਹਨਾਂ ਨੇ ਉੱਧਰ ਪਾਰਟੀ ਬਣਾਉਣ ਵਾਸਤੇ ਤੁਹਾਨੂੰ ਆਫਰ ਕੀਤੀ ਸੀ ਕਿ ਭਾਈ ਇੱਧਰ ਆ ਜਾ ਮੇਰੇ ਨਾਲ ਤੈਨੂੰ ਸੀਐਮ ਦਾ ਚਿਹਰਾ ਬਣਵਾ ਦਿੰਦਾ ਪੰਜਾਬ ਦਾ ਪੁੱਛ ਰਿਹਾ ਸ਼ਾਇਦ ਇੱਦਾਂ ਦੀ ਆਫਰ ਇੱਦਾਂ ਹੈ ਕਿ ਅੱਜ ਲੱਗਦਾ ਕਿ ਜਿਹੜਾ ਹਰ ਰਿਊਮਰ ਚੱਲਦਾ ਹੈਗਾ ਉਹਦਾ ਮੈਨੂੰ ਜਵਾਬ ਦੇਣ ਦੀ ਲੋੜ ਪੈ ਰਹੀ ਹੈ ਸੋ ਜੇ ਮੈਂ ਤੈਨੂੰ ਖਾਸ ਜਵਾਬ ਦੇ ਦਿੰਦਾ ਦੇਖੋ ਕੈਪਟਨ ਸਾਹਿਬ ਨਾਲ ਸਾਡੀ ਕੱਲ੍ਹ ਵੀ ਰਿਲੇਸ਼ਨਸ਼ਿਪ ਸੀ ਅੱਜ ਵੀ ਰਿਲੇਸ਼ਨਸ਼ਿਪ ਹੈ ਔਰ ਕੱਲ੍ਹ ਵੀ ਰਿਲੇਸ਼ਨਸ਼ਿਪ ਰਹੂ ਕੈਪਟਨ ਸਾਹਿਬ ਦੀ ਜਿੰਨੀ ਰਿਸਪੈਕਟ ਮੈਂ ਕੱਲ੍ਹ ਕਰਦਾ ਸੀ ਉਨੀ ਅੱਜ ਕਰਦਾ ਔਰ ਉਨੀ ਕੱਲ੍ਹ ਕਰੂ ਸੋ ਉਹ ਗੱਲ ਜੁਦੀ ਹੈ ਜਿੱਥੇ ਤੱਕ ਮੇਰੀ ਪੋਲਿਟਿਕਸ ਦਾ ਸਵਾਲ ਹੈ ਮੈਂ ਕਾਂਗਰਸ ਪਾਰਟੀ ਵਾਸਤੇ ਆਪਣੇ ਲੋਕ ਸਭਾ ਹਲਕੇ ਤੋਂ ਬਾਅਦ ਜਿੱਥੇ ਕੋਈ ਬੁਲਾਉਂਦਾ ਹੈਗਾ 1 ਫਰਵਰੀ ਤੋਂ ਪ੍ਰਚਾਰ ਕਰ ਔਰ ਇਹ ਗੱਲ ਬਿਲਕੁਲ ਗਲਤ ਹੈਗੀ ਹੈ ਕਿ ਕੈਪਟਨ ਸਾਹਿਬ ਨੇ ਕਦੇ ਮੈਨੂੰ ਕੋਈ ਇਹੋ ਜਿਹੀ ਆਫਰ ਦਿੱਤੀ ਸੀਗੀ ਨਾ ਕੈਪਟਨ ਸਾਹਿਬ ਨੇ ਕੋਈ ਇਹੋ ਜਿਹੀ ਕਦੇ ਗੱਲ ਕੀਤੀ ਸੀਗੀ ਔਰ ਨਾ ਇਹੋ ਜਿਹੀ ਕੋਈ ਗੱਲ ਹੋਈ ਹਾਂ ਕੈਪਟਨ ਸਾਹਿਬ ਚੀਫ ਮਿਨਿਸਟਰ ਤੋਂ ਲੱਥਣ ਬਾਅਦ ਮੇਰੀ ਕਹਿ ਕੇ ਇਹਨਾਂ ਨੇ ਕਈ ਵਾਰ ਉਹਨਾਂ ਨਾਲ ਮੁਲਾਕਾਤ ਹੋਈ ਹੈ ਮੇਰੀ ਗੱਲਬਾਤ ਕੈਪਟਨ ਸਾਹਿਬ ਨਾਲ ਅੱਜ ਵੀ ਹੁੰਦੀ ਹੈ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਪਰ ਮੇਰੇ ਜਿਹੜੇ ਪਰਸਨਲ ਰਿਲੇਸ਼ਨਸ਼ਿਪਸ ਔਰ ਮੇਰੀ ਜਿਹੜੀ ਪੋਲਿਟਿਕਸ ਹੈ ਉਹ ਵੱਖ ਹੈ ਦੇਖੋ ਮੈਂ ਉਹਨਾਂ ਵਰਗਾ ਨਹੀਂ ਹੈਗਾ ਜਿਹੜੇ ਉਹਨਾਂ ਦੇ ਕੈਬਨਿਟ ਕੋਲੀਗ ਸੀਗੇ ਔਰ ਬਾਅਦ 'ਚ ਉਹਨਾਂ ਨੂੰ ਗੱਜ-ਗੱਜ ਲੰਬੀਆਂ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਮੇਰੀ ਉਹ ਪੋਲਿਟਿਕਸ ਨਹੀਂ ਹੈਗੀ ਹੈ ਔਰ ਨਾ ਹੀ ਕਹਿ ਕੇ ਮੇਰਾ ਉਹ ਕਿਰਦਾਰ ਹੈ ਆਈ ਬਿਲੀਵ ਇਨ ਦ ਪੋਲਿਟਿਕਸ ਆਫ ਇਸ਼ੂਜ਼ ਐਂਡ ਆਈ ਬਿਲੀਵ ਇਨ ਦ ਪੋਲਿਟਿਕਸ ਆਫ ਆਈਡੀਓਲੋਜੀ ਤੁਸੀਂ ਅੱਜ ਉਹੀ ਕੈਬਨਿਟ ਦੇ ਮਿਨਿਸਟਰਾਂ ਲਈ ਕਰ ਰਹੇ ਹੋ ਕਾਂਗਰਸ ਦੇ ਦੇਖੋ ਮੈਂ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਲਈ ਪ੍ਰਚਾਰ ਕਰਦਾ ਹੈਗਾ ਮੈਂ ਕਿਸੇ ਵਿਅਕਤੀ ਵਿशेष ਲਈ प्रचार नहीं करता है एक बड़ी अजीब सी चीज़ इस इलेक्शन में देखने को मिली है चाहे वो मिस्टर खैरा की स्टेटमेंट थी जहाँ दिल्ली वालों को भैया कह देना चाहे उसके बाद सिद्धू साहब ने माफ़ी मांगी और कल चन्नी साहब ने स्टेज से प्रियंका जी की प्रेजेंस में ये कह रहे हैं पंजाब दिनों हैगी है दिनों आए भैया वर्ड यूज़ किया कि नहीं इसको आप कितना क्या अप्रिशिएट करते हो उसको कांग्रेस विद द काइंड ऑफ पास्ट एंड हिस्ट्री दैट वी टॉक अबाउट and the dignity that we give to its ideology of secularism how do you see this such statement देखो इतना है कि ਜੇ ਇਹ ਪੰਜਾਬ ਦੀ ਇਲੈਕਸ਼ਨ ਕੁਝ ਦਰਸਾਉਂਦੀ ਹੈ if it sends out any message the message it sends out is that there has been a death of ideology there has been a death of ideology ਹੁਣ ਤੁਸੀਂ ਲੁਧਿਆਣਾ ਲੈ ਲਓ ਗੋਗੀ ਕਾਂਗਰਸੀ ਪੱਪੀ ਪ੍ਰਾਸ਼ਰ ਕਾਂਗਰਸੀ ਕੁਲਵੰਤ ਸਿੱਧੂ ਕਾਂਗਰਸੀ ਬੱਗਾ ਕਾਂਗਰਸ 'ਚ ਰਿਹਾ ਠੀਕ ਹੈ ਜੇ ਤੁਸੀਂ ਆਮ ਆਦਮੀ ਪਾਰਟੀ ਦੇ 117 ਕੈਂਡੀਡੇਟ ਚੱਕੋ ਉਹਨਾਂ ਤੋਂ 80 ਚੋਂ 90 ਤਾਂ ਤੁਹਾਨੂੰ ਕਾਂਗਰਸੀ ਲੱਭ ਜਾਣਗੇ ਦੂਸਰਾ ਉਹੀ ਹਾਲ ਬੀਜੇਪੀ ਦਾ ਹੈ ਹੁਣ ਜਗਮੋਹਨ ਸ਼ਰਮਾ ਜੀ ਕੌਣ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਸੀਗੇ ਲੁਧਿਆਣੇ ਤੇ ਮੈਂ ਕਿਸ ਨੂੰ ਹੱਸਦਾ ਸੀਗਾ ਕਿ ਖੁਦਾ ਨਾ ਖਾਸਤਾ ਵੈਸੇ ਤਾਂ ਹੋਣਾ ਨਹੀਂ ਹੈਗਾ ਜੇ ਕਿਤੇ ਇਹਨਾਂ ਦਾ ਦੜਾ ਸੱਟਾ ਲੱਗ ਗਿਆ ਉਹ ਸਰਕਾਰ ਤਾਂ ਫਿਰ ਵੀ ਕਾਂਗਰਸ ਦੀ ਬਣ ਰਹੀ ਹੈ ਇਹ ਇੱਦਾਂ ਹੈ ਕਿ ਉਧਰ ਵੀ ਤਾਂ ਸਾਰੇ ਉਹੀ ਨੇ ਮੈਨੂੰ ਨਹੀਂ ਪਤਾ ਬਿੱਟੂ ਨੇ ਕੀ ਕਿਹਾ ਹੈ ਕਿ ਨਹੀਂ ਕਿਹਾ ਹੈਗਾ ਪਰ ਜਦੋਂ ਤੁਸੀਂ ਵੇਖੋ ਤਾਂ ਤੁਹਾਨੂੰ ਹਰ ਪਾਸੇ ਕਾਂਗਰਸੀ ਦਿਖਦੇ ਨੇ It's be it at the national level and now you yourself quoted in Punjab. Why is it that only congressmen are leaving in such large numbers and joining other parties? ਦੇਖੋ ਇੱਦਾਂ ਹੈ ਕਿ ਜਦੋਂ ਵਿਚਾਰਧਾਰਾ ਦੀ ਮੌਤ ਹੁੰਦੀ ਹੈ ਔਰ ਅਫਸਰਵਾਦ ਦੀ ਸਿਆਸਤ ਹਾਵੀ ਹੋ ਜਾਂਦੀ ਹੈ ਜਦੋਂ ਬੰਦਾ ਵਿਚਾਰਾਂ ਨਾਲ ਨਹੀਂ ਜੁੜਿਆ ਹੁੰਦਾ ਪਰ ਆਪਣੀ ਮਹੱਤਵਾਕਾਂਖਿਆ ਨਾਲ ਜੁੜਿਆ ਹੁੰਦਾ ਹੈਗਾ ਫਿਰ ਜਿੱਥੇ ਉਹਨੂੰ ਥਾਂ ਲੱਭਦੀ ਉੱਥੇ ਚਲਾ ਜਾਂਦਾ ਔਰ ਮੈਂ ਉਹਨਾਂ ਨੂੰ ਦੋਸ਼ ਨਹੀਂ ਦੇਣਾ ਚਾਹੁੰਦਾ ਹੈਗਾ ਇਸ ਮੁਲਕ ਦੇ ਵਿੱਚ ਕਈ ਦਸ਼ਕਾਂ ਤੋਂ ਜਿਹੜੀ ਵਿਚਾਰਾਤਮਕ ਸਿਆਸਤ ਹੈਗੀ ਹੈ ਉਸ ਵਿਚਾਰਾਤਮਕ ਸਿਆਸਤ ਦੇ ਵਿੱਚ ਬਹੁਤ ਜ਼ਿਆਦਾ ਗਿਰਾਵਟ ਆਈ ਹੈ ਬਹੁਤ ਕਮੀ ਆਈ ਪੰਜਾਬ ਦੇ ਵਿੱਚ ਕਿਉਂਕਿ
ਇੱਕ ਸਿੱਧੀ ਲੜਾਈ ਸੀਗੀ ਅਕਾਲੀ ਦਲ ਭਾਜਪਾ ਔਰ ਕਾਂਗਰਸ ਦੇ ਵਿੱਚ, ਤਾਂ ਇਹ ਇੰਨੇ ਵਰਿਆਂ ਤੱਕ ਲੱਗਦਾ ਰਿਹਾ ਕਿ ਇੱਥੇ ਵਿਚਾਰਾਤਮਕ ਸਿਆਸਤ ਜ਼ਿੰਦਾ ਹੈ। ਪਰ ਜਦੋਂ ਸਪੇਸ ਖੁੱਲੀ ਤਾਂ ਯੂ ਫਾਊਂਡ ਕਿ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਕੋਈ ਬਾਕੀ ਸੂਬਿਆਂ ਤੋਂ ਵੱਖ ਨਹੀਂ ਹੈਗੀ, ਔਰ ਇਹ ਕਿਸੇ ਵੀ ਮੁਲਕ ਵਾਸਤੇ ਇੱਕ ਬਹੁਤ ਹੀ ਚਿੰਤਾ ਦਾ ਵਿਸ਼ੇ ਹੈ ਕਿ ਜੇ ਪੋਲਿਟਿਕਸ ਆਫ ਆਈਡੀਓਲੋਜੀ unfortunately gets consigned to the grave, it's a matter of great concern. सर पप्पी लहरी के बारे में पप्पी लहरी की भी डेथ हो गई है, बहुत बड़े देखो वो तो बहुत ही मनभागी गल और दुर्भाग्यपूर्ण बात है, और हम अपनी सांत्वना व्यक्त करते हैं। मैं पूर्व सूचना और प्रसारण मंत्री के नाते उनके परिवार को अपनी भावभीनी श्रद्धांजलि देता हूँ। मेरा लास्ट देखो इतना है किसी की भी मौत होंगी है मनभागी गल है, और ਅਸੀਂ ਸਾਰਿਆਂ ਨੂੰ ਸ਼ਰਧਾਂਜਲੀ ਦਿੰਦੇ ਹਾਂ। How you will define the personality of Mr. Kejriwal? देखो इतना है मैं ਤੁਹਾਨੂੰ ਪਹਿਲੇ ਕਿਹਾ ਕਿ ਮੇਰੇ ਵਾਸਤੇ ਪੋਲਿਟਿਕਸ ਇਜ਼ ਇਸ਼ੂਜ਼, ਪੋਲਿਟਿਕਸ ਇਜ਼ ਨਾਟ ਪਰਸਨੈਲਿਟੀਜ਼, ਐਂਡ ਅਲਟੀਮੇਟਲੀ ਅਨਫੋਰਚੂਨੇਟਲੀ ਇਨ ਆਰ ਹਿੰਦੁਸਤਾਨ ਦੇ ਕੰਟੈਕਸਟ ਦੇ ਵਿੱਚ ਅਸੀਂ ਓਵਰ ਐਮਫੈਸਿਸ ਪਰਸਨੈਲਿਟੀ ਨੂੰ ਦੇਣਾ ਸ਼ੁਰੂ ਕਰ ਦਿੱਤਾ। ਹੁਣ ਇਸਵਾਈਲ ਦੀ ਗੱਲ ਹੋਈ, ਹੁਣ ਇਸਵਾਈਲ ਪੰਜਾਬ ਦੇ ਅਗਰ ਤੁਸੀਂ ਪਿਛੋਕੜ ਦੇ ਵੱਲ ਨਜ਼ਰ ਪਾਓ ਤਾਂ ਇਸਵਾਈਲ ਇੰਨਾ ਜ਼ਿਆਦਾ ਇਮੋਟਿਵ ਇਸ਼ੂ ਹੈ, ਔਰ ਇਹਨਾਂ ਇਸ਼ੂਜ਼ ਨੂੰ ਡੀਪਲੀ ਸਮਝਣ ਦੀ ਲੋੜ ਹੈਗੀ ਹੈ, ਕਿਉਂਕਿ ਜਦੋਂ ਇਸ ਤੇ ਕੋਈ ਖਤਾ ਖਾਂਦਾ ਹੈਗਾ ਤਾਂ ਉਹ ਉਰਦੂ ਦਾ ਸ਼ੇਰ ਹੈ कि वक्त की आंखों ने वो फलक भी देखे हैं कि लम्हों ने गलती की और सदियों ने सज़ा पाई है। पंजाब फिर बहुत बड़ा ख्यामयाजा भुगतता है। इस बार राजनीति ज़्यादा फ्री की चीज़ें हो रही है। I am taking you back. So many people leaving Congress. Is there something as a cause of concern for Congress too? As a party, they should. Of course it is. Of course it is. We've said this publicly, not once. We've said it publicly now for going back to the August of 2020 when we wrote that letter, and we have said that these are issues which need to be debated and deliberated upon, and that's a separate cause that we continue to pursue. But concurrently, we are also concerned about the future of the country, about the future of the Congress party, about the future of Punjab, and therefore I decided to hold this press conference in order to appeal to the people of Punjab to vote decisively and to vote in the larger interests of the state. ਹਾਂਜੀ ਤੁਸੀਂ ਫ੍ਰੀ ਦਾ ਪੁੱਛ ਰਹੇ ਸੀਗੇ।